ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਨਿਊਜ਼ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਦੇਰ ਰਾਤ ਸ਼ਾਰਟ ਸਰਕਟ ਦੇ ਕਾਰਨ 2 ਮੰਜ਼ਲਾ ਬਿਲਡਿੰਗ ਦੇ ਵਿੱਚ ਲੱਗੀ ਅੱਗ। ਹੁਸ਼ਿਆਰਪੁਰ ਵਿਖੇ ਸੰਘਰਸ਼ ਕਮੇਟੀ ਦੇ ਵੱਲੋਂ ਚੀਨੀ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ। ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਤੇ ਹੋਏ ਮਾਮਲੇ ਨੂੰ ਰੱਦ ਕਰਵਾਉਣ ਦੀ ਉੱਠੀ ਮੰਗ। ਔਰਤ ਦੀ ਮਿਲੀ ਗਲੀ ਸੜੀ ਲਾਸ਼, ਪਰਿਵਾਰ ਨੇ ਲਾਏ ਮ੍ਰਿਤਕ ਦੇ ਪਤੀ ਦੇ ਉੱਤੇ ਗੰਭੀਰ ਦੋਸ਼। ਆਓ ਹੁਣ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਖਬਰਾਂ ਤੇ। ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਕਰੀਬ 11 ਵਜੇ ਦੇ ਸ਼ਾਰਟ ਸਰਕਟ ਹੋਣ ਦੀ ਵਜ੍ਹਾ ਦੇ ਚੱਲਦੇ 2 ਮੰਜ਼ਲਾ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ ਅਤੇ ਅੱਗ ਦੀ ਚਪੇਟ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਅਤੇ ਇੱਕ ਜਿਮ ਆ ਗਏ। ਤੁਹਾਨੂੰ ਦੱਸ ਦਈਏ ਕਿ ਇੱਕ ਸੈਲੂਨ ਵੀ ਅੱਗ ਦੀ ਚਪੇਟ ਦੇ ਵਿੱਚ ਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੰਮ੍ਰਿਤਸਰ ਦੀ ਕਸ਼ਮੀਰ ਐਵਨਿਊ 'ਚ ਅੱਜ ਦੇਰ ਰਾਤ 11 ਵਜੇ ਦੇ ਕਰੀਬ ਸ਼ਾਰਟ ਸਰਕਟ ਦੇ ਕਾਰਨ 2 ਮੰਜ਼ਲਾ ਬਿਲਡਿੰਗ ਤੇ ਅੱਗ ਲੱਗ ਗਈ ਅਤੇ ਅੱਗ ਦੀ ਚਪੇਟ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ, ਇੱਕ ਜਿਮ ਅਤੇ ਇੱਕ ਸੈਲੂਨ ਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਦੋਂ ਇਸ ਸੰਬੰਧੀ ਦੁਕਾਨ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਦੁਕਾਨ ਮਾਲਕਾਂ ਨੇ ਦੱਸਿਆ ਕਿ ਤਿੰਨੇ ਦੁਕਾਨਾਂ ਉਹਨਾਂ ਦੀਆਂ ਹਨ, ਲੇਕਿਨ ਇਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਲੇਕਿਨ 60 ਲੱਖ ਤੋਂ ਵੀ ਜ਼ਿਆਦਾ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ ਅਤੇ ਦੂਜੇ ਪਾਸੇ ਸੈਲੂਨ ਅਤੇ ਜਿਮ ਦੇ ਵਿੱਚ ਜਿੰਨਾ ਵੀ ਸਮਾਨ ਸੀ ਉਹ ਸਾਰਾ ਸੜ ਕੇ ਸੁਆਹ ਹੋ ਗਿਆ। ਦੇਖੋ ਅੰਮ੍ਰਿਤਸਰ ਤੋਂ ਪੱਤਰਕਾਰ ਮੁਕੇਸ਼ ਮਹਿਰਾ ਦੀ ਰਿਪੋਰਟ। ਹਾਂਜੀ, ਕੀ ਨਾਮ ਜੀ ਤੁਹਾਡਾ? ਕੁਲਦੀਪ ਮਹਿਰਾ। ਅੱਜ ਜਿਹੜੀ ਅੱਗ ਲੱਗੀ ਆ ਦੁਕਾਨ 'ਚ, ਤੁਹਾਡੀ ਦੁਕਾਨ? ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਹੁਣ ਤੱਕ? ਸਰ ਸਵੇਰੇ ਪਤਾ ਲੱਗ ਸਕਦਾ, ਸਾਰਾ ਦੇਖਾਂਗੇ। ਫਿਰ ਵੀ ਕਿੰਨਾ ਕੁ ਸਮਾਨ ਸੀ ਅੰਦਰ? ਸਮਾਨ ਹੋਏਗਾ 60 ਲੱਖ ਦਾ ਕੱਪੜਾ ਸੀ, ਅੱਗੇ ਉੱਪਰ ਸਾਰਾ ਹੀ ਹੋ ਗਿਆ। ਸੈਲੂਨ ਹੈ, ਜਿਮ ਹੈ, ਸਾਰੇ ਨੁਕਸਾਨ ਹੋਇਆ। ਤੇ ਕਾਰਨਾਂ ਦਾ ਪਤਾ ਲੱਗ ਸਕਿਆ ਕਿਉਂ? ਕਾਰਨ ਕੁਛ ਨਹੀਂ, ਲੋਕਾਂ ਨੇ ਦੱਸਿਆ ਕਿ ਸਾਡਾ ਘਰ ਨਾਲ ਹੀ ਕੋਠੀ ਹੈ। ਉਹ ਲੋਕਾਂ ਨੇ ਦੱਸਿਆ ਕਿ ਧੂੰਆਂ ਨਿਕਲਦਾ ਪਿਆ। ਆਏ ਤਾਂ ਦੇਖਿਆ ਖੋਲੇ ਸ਼ਟਲ, ਅੰਦਰ ਅੱਗ ਲੱਗ ਚੁੱਕੀ ਸੀ। ਫੋਨ ਕੀਤੇ 20 ਮਿੰਟ ਬਾਅਦ, ਚਲੋ ਲੱਗਦਾ ਟਾਈਮ ਲੱਗਦਾ, ਜਿੰਨੇ ਆਣਾ ਨਹੀਂ ਕੋਈ ਕੁਝ ਕੰਮ ਹੋ ਗਿਆ। ਸਾਰਾ ਲੱਟਾਂ ਬਹੁਤ ਵੱਧ ਗਈਆਂ ਸੀ। ਫਿਰ ਵੀ ਅਨੁਮਾਨ ਲਗਾਇਆ ਜਾ ਸਕਦਾ ਕਿੰਨਾ ਕੁ ਨੁਕਸਾਨ ਹੋਇਆ ਅੰਦਰ? ਸਰ 60 ਲੱਖ ਦਾ ਉਹਦੇ ਕੱਪੜਾ ਹੀ ਹੈ, ਬਾਕੀ ਬਿਲਡਿੰਗ ਗਈ ਸਾਰੀ। ਠੀਕ ਹੈ ਜੀ। ਤੇ ਜਿਹੜਾ ਉੱਪਰ ਜਿਮ ਹੈ ਤੇ ਸੈਲੂਨ ਹੈ ਉਹ ਵੀ ਤੁਹਾਡੇ ਦੱਸ ਰਹੇ? ਹਾਂਜੀ ਠੀਕ ਹੈ। ਤੇ ਕੋਈ ਇੰਸ਼ੋਰੈਂਸ ਵਗੈਰਾ ਹੈਗੀ ਸੀ? ਇੰਸ਼ੋਰੈਂਸ ਥੱਲੇ ਦੀ ਗਈ, ਕੱਪੜੇ ਦੀ ਕਰਾਈ ਹੈ। ਠੀਕ ਹੈ ਜੀ, ਠੀਕ ਹੈ। ਧੰਨਵਾਦ ਭਾਜੀ। ਜਿਹੜੀ ਅੱਗ ਲੱਗੀ ਹੈ ਕੀ ਕਾਰਨ ਪਤਾ ਲੱਗੇ ਹਜੇ ਤੱਕ ਕਿਉਂ ਲੱਗੀ? ਦੇਖੋ ਜੀ, ਸਾਨੂੰ 11:15 ਵਜੇ ਤਲਾਹ ਆਈ ਸੀ। ਅਸੀਂ ਸੇਵਾ ਸੁਸਾਇਟੀ 5 ਗੇਟ ਟਾਵਰ ਸਿਰਾਮ ਤੋਂ ਆਏ ਹਾਂ। 3 ਗੱਡੀਆਂ ਕਾਰਪੋਰੇਸ਼ਨ ਦੀਆਂ, 1 ਗੱਡੀ ਸੇਵਾ ਸੁਸਾਇਟੀ 5 ਗੇਟ ਟਾਵਰ ਸਿਰਾਮ। ਕਸ਼ਮੀਰ ਐਵਨਿਊ ਤਲਾਹ ਆਈ ਸੀ ਕਿ ਅੱਗ ਲੱਗੀ ਹੈ ਤੇ ਆਪਣਾ ਕੱਪੜੇ ਦੀ ਸ਼ੋਰੂਮ ਹੈ, ਉੱਪਰ ਜਿਮ ਵੀ ਹੈ, ਕਹਿੰਦੇ ਕਾਫੀ ਨੁਕਸਾਨ ਹੋ ਗਿਆ। ਕਿੰਨਾ ਕੁ ਸਮਾਂ ਲੱਗਾ ਅੱਗ ਤੇ ਕਾਬੂ ਪਾਉਣ ਨੂੰ? ਦੇਖੋ ਜੀ, 90% ਅੱਗ ਤੇ ਕਾਬੂ ਪਾ ਲਿੱਤਾ ਗਿਆ, 10% ਰਹਿ ਗਿਆ। ਉਹ ਵੀ ਬੱਤੀ ਚਾਲੂ ਹੋ ਗਈ ਸੀ, ਉਸ ਕਰਕੇ ਅਸੀਂ ਲੇਟ ਹੋ ਗਏ। ਤੇ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ? ਨਹੀਂ, ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਮਾਲਕਾਂ ਦਾ ਪਤਾ ਲੱਗਾ ਹਜੇ ਤੱਕ ਤੁਹਾਡੇ ਨਾਲ ਮਿਲੇ ਆ? ਨਹੀਂ, ਹੱਲੇ ਨਹੀਂ ਮਿਲੇ। ਦੇਖੋ ਜੀ, ਅਸੀਂ ਹਲੇ ਅੱਗ ਬੁਝਾ ਰਹੇ ਹਾਂ, ਬਾਕੀ ਅੱਗ ਬੁਝਾ ਕੇ ਉਸ ਤੋਂ ਬਾਅਦ ਅਸੀਂ ਮਾਲਕਾਂ ਤੋਂ ਪੁੱਛਾਂਗੇ ਕਿਸ ਕਾਰਨ ਲੱਗੀ ਆ। ਠੀਕ ਹੈ। ਹੁਸ਼ਿਆਰਪੁਰ ਵਿਖੇ ਸੰਘਰਸ਼ ਕਮੇਟੀ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਅਗਵਾਈ 'ਚ ਚੀਨੀ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਚੀਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹੋਇਆ ਕਰਮਵੀਰ ਬਾਲੀ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਜੋ ਕੋਰੋਨਾ ਵਾਇਰਸ ਆਇਆ ਹੈ ਉਹ ਦੇਣ ਜੋ ਹੈ ਉਹ ਚੀਨ ਦੀ ਹੈ। ਇਸ ਦੇ ਚਲਦੇ ਹੀ ਉਹਨਾਂ ਦੇ ਵੱਲੋਂ ਚੀਨ ਦੇ ਜੋ ਪੁਤਲਾ ਹੈ ਉਹ ਫੂਕ ਕੇ ਇੱਕ ਹਿਸਾਬ ਦਾ ਆਪਣਾ ਰੋਸ ਪ੍ਰਦਰਸ਼ਨ ਦਿਖਾਇਆ ਗਿਆ ਹੈ। ਅੱਜ ਹੁਸ਼ਿਆਰਪੁਰ ਵਿਖੇ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਅਗਵਾਈ 'ਚ ਚੀਨੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਚੀਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹੋਇਆ ਕਰਮਵੀਰ ਬਾਲੀ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਜੋ ਕੋਰੋਨਾ ਵਾਇਰਸ ਆਇਆ ਹੈ ਉਹ ਸਭ ਚੀਨ ਦੀ ਦੇਣ ਹੈ। ਦੇਖੋ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਸਾਡਾ ਅੱਜ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਇਹ ਚੀਨ ਦੇ ਵਿਰੁੱਧ ਹੋ ਰਿਹਾ। ਜਿਹੜੀ ਚੀਨ ਦੀ ਸਾਇੰਟਿਸਟ ਲੀ ਪੈਂਗ ਯਾਨ, ਉਹਨੇ ਚੀਨ ਚੋਂ ਦੌੜ ਕੇ ਅਮਰੀਕਾ 'ਚ ਸ਼ਰਨ ਲੈ ਲਈ। ਉਹਦੀ ਜਾਨ ਨੂੰ ਖਤਰਾ ਸੀ। ਉਸ ਜਨਾਨੀ ਨੇ ਇਹ ਗੱਲ ਕਹੀ ਆ, ਮੈਂ ਗਵਾਹ ਆ ਜਿਹੜਾ ਕਰੋਨਾ ਵਾਇਰਸ ਆ ਇਹ ਚੀਨ ਦੇ ਵਿੱਚ ਪੈਦਾ ਹੋਇਆ, ਵੁਹਾਨ ਦੇ ਵਿੱਚ ਇਹਦਾ ਪ੍ਰੈਕਟੀਕਲ ਹੋਇਆ। ਔਰ ਜਿਹੜਾ ਇਹਨੇ ਇਹ ਕਰੋਨਾ ਵਾਇਰਸ ਪੈਦਾ ਕੀਤਾ ਇਹਨੇ ਦੁਨੀਆ ਨੂੰ ਘੁਟਣਿਆਂ ਤੇ ਲਿਆਉਣ ਵਾਸਤੇ ਕੀਤਾ। ਪਰਮਾਣੂ ਯੁੱਧ ਨਾਲ ਵੀ ਜ਼ਿਆਦਾ ਖਤਰਾ ਇਸ ਵਾਇਰਸ ਦਾ, ਜਿਹਦੀ ਵਜ੍ਹਾ ਨਾਲ ਸਾਰੀ ਦੁਨੀਆ ਵਿੱਚ ਅਫਰਾ ਤਫਰੀ ਪੈ ਗਈ। ਲੱਖਾਂ ਦੀ ਤਾਦਾਦ ਤੇ ਦੁਨੀਆ ਮਰ ਗਈ, ਲੱਖਾਂ ਬਿਮਾਰ ਹੋ ਗਏ, ਲੱਖਾਂ ਇਹਦਾ ਇਲਾਜ ਕਰਵਾ ਰਹੇ। ਇਹਦਾ ਜਿਹੜਾ ਜ਼ਿੰਮੇਵਾਰ ਆ ਉਹ ਚੀਨ ਆ, ਡਰੈਗਨ ਆ। ਡਰੈਗਨ ਨੇ ਇੱਕ ਸਸਤੀ ਲੜਾਈ ਲੜਨ ਦੀ ਖਾਤਰ ਇਸ ਵਾਇਰਸ ਨੂੰ ਪੈਦਾ ਕੀਤਾ। ਅਸੀਂ ਇਹ ਚਾਹੁੰਦੇ ਆ ਇਹ ਜਿਹੜਾ ਮੁਲਕ ਚੀਨ ਆ ਇਹ ਤੇ ਅੰਤਰਰਾਸ਼ਟਰੀ ਮੁਕੱਦਮਾ ਦਰਜ ਹੋਵੇ ਔਰ ਜਿੰਨੇ ਵੀ ਲੋਕੀ ਮਰੇ ਆ ਇਸ ਕਰੋਨਾ ਵਾਇਰਸ ਨਾਲ
ਉਹ ਇਹ ਚੀਨ ਮੁਆਵਜ਼ਾ ਦੇਵੇ। ਜਿੰਨੇ ਲੋਕੀ ਬਿਮਾਰ ਹੋਏ ਆ, ਜਿਹੜੇ ਮਰਨ ਸ਼ਈਆ ਤੇ ਪਏ ਆ, ਸਾਰਾ ਮੁਆਵਜ਼ਾ ਡੈਮ ਦੇ ਵਿੱਚ ਲਿਆ ਜਾਵੇ। ਜਿੰਨਾ ਲੋਕਾਂ ਦਾ ਵਪਾਰ ਬੰਦ ਹੋ ਗਿਆ, ਸਾਰਾ ਚੀਨ ਦੇ ਗਲ ਖਰਚਾ ਪਾਇਆ ਜਾਵੇ, ਤਾਂ ਕਿ ਅੱਗੋਂ ਕੋਈ ਮੁਲਕ ਐਸੀ ਕਾਨੂੰਨੀ ਹਰਕਤ ਨਾ ਕਰੇ ਔਰ ਐਸਾ ਘਿਨੌਣਾ ਵਾਇਰਸ ਪੈਦਾ ਨਾ ਕਰੇ ਜਿੰਨਾ ਮਾਨਵ ਜਾਤੀ ਨੂੰ ਖਤਰਾ ਪੈਦਾ ਹੋਵੇ। ਅਸੀਂ ਇਹਦੇ ਪ੍ਰੋਟੈਸਟ ਵਜੋਂ ਅੱਜ ਚੀਨ ਦਾ ਅਸੀਂ ਝੰਡਾ ਫੂਕ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਆਵਾਜ਼ ਅੰਤਰਰਾਸ਼ਟਰੀ ਪਹੁੰਚੇ, ਅੰਤਰਰਾਸ਼ਟਰੀ ਤੱਕ, ਤਾਂ ਕਿ ਚੀਨ ਤੇ ਮੁਕੱਦਮਾ ਦਰਜ ਹੋ ਸਕੇ। ਇਹ ਫੋਟੋ ਇੱਧਰ ਮਾਰ ਲੈਣੀ ਆਪੇ। ਚੀਨ ਮੁਰਦਾਬਾਦ, ਮੁਰਦਾਬਾਦ। ਪਿਛਲੇ ਦਿਨੀ ਬੀਜੇਪੀ ਆਗੂ ਅਸ਼ਵਨੀ ਕੁਮਾਰ ਤੇ ਪਠਾਨਕੋਟ ਦੇ ਵਿੱਚ ਮੀਟਿੰਗ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਕੋਰੋਨਾ ਮਹਾਮਾਰੀ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਨ ਦੇ ਚਲਦੇ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਨੂੰ ਲੈ ਕੇ ਬਠਿੰਡਾ ਦੇ ਪੰਜਾਬ ਪ੍ਰਧਾਨ ਬੀਜੇਪੀ ਵਿਨੋਦ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਬਿਲਕੁਲ ਝੂਠਾ ਹੈ ਅਤੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਬੀਜੇਪੀ ਦੇ ਵਰਕਰ ਸੜਕਾਂ ਦੇ ਉੱਤੇ ਉਤਰਨ ਨੂੰ ਮਜਬੂਰ ਹੋ ਜਾਣਗੇ। ਪਿਛਲੇ ਦਿਨੀ ਬੀਜੇਪੀ ਆਗੂ ਅਸ਼ਵਨੀ ਕੁਮਾਰ ਤੇ ਪਠਾਨਕੋਟ ਵਿੱਚ ਮੀਟਿੰਗ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕੋਰੋਨਾ ਮਹਾਮਾਰੀ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਨ ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਨੂੰ ਲੈ ਕੇ ਬਠਿੰਡਾ ਦੇ ਪੰਜਾਬ ਪ੍ਰਧਾਨ ਬੀਜੇਪੀ ਵਿਨੋਦ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਬਿਲਕੁਲ ਝੂਠਾ ਦਰਜ ਕੀਤਾ ਗਿਆ ਹੈ ਅਤੇ ਕਿਹਾ ਕਿ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ, ਨਹੀਂ ਤਾਂ ਬੀਜੇਪੀ ਦੇ ਵਰਕਰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਦੇਖੋ ਬਠਿੰਡਾ ਤੋਂ ਅਵਤਾਰ ਸਿੰਘ ਕੈਂਥ ਦੀ ਰਿਪੋਰਟ। ਸਰਕਾਰ ਨੂੰ ਸਾਰੇ ਹੀ ਪ੍ਰੈਸ ਮੀਡੀਆ ਦੇ ਅਧਿਕਾਰੀ ਸਭਾ, ਇਲੈਕਟ੍ਰੋਨਿਕ ਮੀਡੀਆ ਦੇ ਪਦਾਧਿਕਾਰੀ ਸਾਰਾ ਔਰ ਮੇਰੇ ਨਾਲ ਸਿੰਘਲਾ ਜੀ ਔਰ ਜ਼ਿਲ੍ਹੇ ਵਿੱਚ ਮੇਰੇ ਨਾਲ ਜ਼ਿਲ੍ਹਾ ਮਹਾਮੰਤਰੀ ਉਮੇਸ਼ ਸ਼ਰਮਾ ਜੀ, ਸਵਾਗਤ ਦੀ ਪ੍ਰੈਸ ਕਾਨਫਰੰਸ। आपने ਭ੍ਰਿਸ਼ਟਾਚਾਰ ਦਾ ਬੋਲਬਾਲਾ ਕਿਸੇ ਵੀ ਦਫ਼ਤਰ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਔਰ ਜੋ ਵੀ ਕੋਈ ਇਸ ਮਹਾਮਾਰੀ ਦੇ ਅੰਦਰ ਕੋਈ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਉਸ ਆਦਮੀ ਨੂੰ ਵੀ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ, ਚਾਹੇ ਉਹ ਕੋਰੋਨਾ ਦੀ ਬਿਮਾਰੀ ਕਰਕੇ ਕਿਸੇ ਹਸਪਤਾਲ ਦੇ ਵਿੱਚ ਐਡਮਿਟ ਹੋਣਾ ਪਵੇ, ਉਹ ਦਰ ਭਟਕਦਾ। ਚਾਹੇ ਜੇ ਕੋਈ ਸੈਂਟਰ ਦੀ ਗਵਰਨਮੈਂਟ ਨੇ ਇਸ ਦੀ ਕੋਈ ਇੰਜੈਕਸ਼ਨ ਜਿਹੜੇ ਸੀਗੇ ਉਹ ਪ੍ਰੋਵਾਈਡ ਕਰਾਏ ਸੀ, ਉਹ ਲੈਣ ਦੇ ਵਿੱਚ ਵੀ ਮਤਲਬ ਅਨੇਕਾਂ ਵਾਰ ਪਰਿਵਾਰ ਦੇ ਉੱਤੇ ਜਿੱਥੇ ਬਿਪਤਾਈ ਹੁੰਦੀ ਹੈ ਉੱਥੇ ਉਹਨਾਂ ਨੂੰ ਵਾਰ-ਵਾਰ ਧੱਕੇ ਖਾਣੇ ਪੈਂਦੇ ਆ। ਔਰ ਆਹ ਕਾਰਜਕਾਰੀ ਜਿਹੜੀ ਹੈ ਪੰਜਾਬ ਸਰਕਾਰ ਦੀ, ਇਹ ਲੋਕਾਂ ਦੇ ਸਾਹਮਣੇ ਆਈ ਹੈ ਕਿ ਉਹਨਾਂ ਨੇ ਇਸ ਕੋਰੋਨਾ ਮਹਾਮਾਰੀ ਦੇ ਵਿੱਚ ਐਡੇ ਉੱਤੇ ਪਦਵੇ ਤੇ ਰਹਿੰਦੇ ਹੋਏ ਕੋਈ ਜਨਤਾ ਦਾ ਕੋਈ ਸੁਧਰੀ ਨਹੀਂ, ਕੋਈ ਇੱਥੇ ਇੰਤਜ਼ਾਮ ਨਹੀਂ ਕੀਤੇ ਗਏ। ਕੋਈ ਕੋਰੋਨਾ ਦੇ ਜਿਹੜੇ ਪੇਸ਼ੈਂਟ ਹੈ ਉਹ ਵਿਚਾਰੇ ਜੇ ਘਰੇ ਰਹਿਣ, ਚਾਹੇ ਕਿਸੇ ਵੈਂਟੀਲੇਟਰ ਦੀ ਜ਼ਰੂਰਤ ਹੋਵੇ ਤਾਂ ਮੈਂ ਕਹਿ ਸਕਦਾ ਕਿ ਕਿਸੇ ਨੂੰ ਅੱਜ ਤੱਕ ਕੋਈ ਪ੍ਰੋਵਾਈਡ ਨਹੀਂ ਕਰਾ ਸਕਿਆ। ਜੇ ਕੋਈ ਕਿਸੇ ਬੰਦੇ ਦੀ ਕੋਈ ਸਿਫਾਰਿਸ਼ ਲੱਗਦੀ ਹੈ ਤਾਂ ਸ਼ਾਇਦ ਉਸ ਨੂੰ ਵੈਂਟੀਲੇਟਰ ਪ੍ਰੋਵਾਈਡ ਹੋ ਜਾਏ, ਨਹੀਂ ਅਫਸਰ ਵਿਚਾਰਾ ਉਹ ਤਰਸਦਾ ਅੱਜ ਸੜਕਾਂ ਤੇ ਫਿਰਦੇ। ਬਾਕੀ ਕੀਤੀ 147 ਦਾ ਕਾਲੇ ਬਾਜੀ ਕਾਫੀ ਦਾ ਹੁੰਦਾ 88 ਦਾ 188 ਦਾ ਰਜਾ ਕਿੱਥੇ ਕਰੀ ਸੀ ਇਹ ਮੀਟਿੰਗ ਕੀਤੀ ਪਠਾਨਕੋਟ ਵਿੱਚ। ਠੀਕ ਹੈ, ਮੈਂ ਵਿਨੋਦ ਮਹਿਤਾ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰ। ਅੱਜ ਇਸ ਗੱਲ ਦਾ ਪੁਰਜੋਰ ਨਿੰਦਾ ਕਰਨਾ ਕਿ ਜੋ ਪੰਜਾਬ ਦੇ ਵਿੱਚ ਚੱਲ ਰਹੀ ਕੈਪਟਨ ਦੀ ਸਰਕਾਰ, ਜਿਸ ਨੇ ਬਦਲਾਖੋਰੀ ਦੀ ਰਾਜਨੀਤੀ ਦੇ ਉੱਤੇ ਆ ਕੇ ਵਰਕਰਾਂ ਅੰਦਰ ਤਾਂ ਪਰੇਸ਼ਾਨੀ ਕੀਤੀ ਜਾ ਰਹੀ ਹੈ। ਅੱਜ ਸਾਡੇ ਮਾਨਯੋਗ ਜਿਹੜੇ ਅਸ਼ਵਨੀ ਸ਼ਰਮਾ ਜੀ ਆ, ਪੰਜਾਬ ਪ੍ਰਦੇਸ਼ ਦੇ ਅਧਿਕਸ਼ ਨੇ, ਔਰ ਉਹਨਾਂ ਤੇ COVID-19 ਦਾ ਪਰਚਾ ਦਰਜ ਕੀਤਾ ਕਿ ਇਹਨਾਂ ਨੇ ਪਠਾਨਕੋਟ ਦੇ ਵਿੱਚ ਇੱਕ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਵਾਇਲੇਸ਼ਨ ਕੀਤੀ ਨਹੀਂ ਸਕਦਾ ਜਾ ਰਿਹਾ। ਔਰ ਮੈਂ ਇਹ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦਾ ਇਹਦਾ ਨਿੰਦਾ ਕਰਦੇ ਹੋਏ ਇਹਦੀ ਮੰਗ ਵੀ ਇਹ ਰੱਖਦਾ ਇਹ ਪਰਚਾ ਝੂਠਾ ਹੈ, ਇਸ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਜਿਹੜੀ ਪੁਲਿਸ ਹੈ ਉਹ ਵੀ ਅੱਜ ਸਰਕਾਰ ਦੀ ਕਠਪੁਤਲੀ ਬਣੀ ਹੋਈ ਹੈ, ਬਜਾਏ ਕਿ ਜਿਹੜੇ ਕਾਨੂੰਨ ਦੇ
ਜੁਰਮਦਾਰ ਲੋਕ ਨੇ ਉਹ ਖੁੱਲੇ ਫਿਰ ਰਹੇ ਨੇ। ਔਰ ਜੋ ਅਸੀਂ ਇੱਕ ਨੈਸ਼ਨਲ ਪਾਰਟੀ ਦੇ ਇੱਕ ਅਨੁਸ਼ਾਸਨ ਸਿਪਾਹੀ ਹਾਂ ਅਸੀਂ, ਔਰ ਸਾਨੂੰ ਇਹ ਪ੍ਰਤਾੜਿਤ ਕਰ ਰਹੇ ਆ ਔਰ ਇਹ ਬੱਲਾਖੋਰੀ ਦੀ ਰਾਜਨੀਤੀ ਇਸ ਦੀ ਪ੍ਰਮੋਸ਼ਨ। ਇਹ ਤਾਂ ਰਾਜਾ ਵੜਿੰਗ ਨੇ ਵੀ ਇਕੱਠ ਕਰਿਆ ਸੀਗਾ, ਇੱਥੇ ਵੀ ਚੇਅਰਮੈਨਾਂ ਨੇ ਸਾਰਿਆਂ ਨੇ ਇਕੱਠ ਕਰਿਆ, ਉਦੋਂ ਤਾਂ ਪੱਤਰ ਨਹੀਂ ਕਰਦੇ ਹੋਏ ਨਹੀਂ ਇਹਨਾਂ ਦਾ ਤਾਂ ਫਿਰ ਸਰਕਾਰ ਇਹਨਾਂ ਦੀ ਇਹਨਾਂ ਦੇ ਆਪਦੇ ਬੰਦੇ ਤੇ ਇਹ ਕਰ ਹੀ ਨਹੀਂ ਰਹੇ। ਰੋਜ਼ ਅਸੀਂ ਦੇਖਦੇ ਆ, ਮੋਬਾਈਲਾਂ ਤੇ ਵੀ ਦੇਖਦੇ ਆ, ਫੇਸਬੁੱਕ ਤੇ ਵੀ ਦੇਖਦੇ ਆ, ਜੋ ਇਹ ਕਰ ਰਹੇ ਆ ਉਹ ਇਹਨਾਂ ਤੇ ਕੋਈ ਪਰਚਾ ਨਹੀਂ ਹੈ। ਔਰ ਜੋ ਕੋਈ ਦੂਜੀ ਪਾਰਟੀ ਦਾ ਕੋਈ ਸਿਰਕਟਵਾ ਲੀਡਰ ਕੋਈ ਅੱਗੇ ਆ ਕੇ ਆਵਾਜ਼ ਉਠਾਉਂਦਾ ਤਾਂ ਉਸ ਆਵਾਜ਼ ਨੂੰ ਦਬਾ ਦਿੱਤਾ ਫੈਸਲਾ ਹੋ ਚੁੱਕਿਆ। ਸਿਰਫ ਦੂਜੀਆਂ ਪਾਰਟੀਆਂ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਕੇ ਗਲਤ ਰਸਤੇ ਵੱਲ ਲੈ ਕੇ ਕਿਸਾਨਾਂ ਦਾ ਕਹਿਣਾ ਕਿ ਜਿਵੇਂ ਸਰਕਾਰੀ ਮੰਡੀਆਂ ਖਤਮ ਹੋ ਜਾਣੀਆਂ ਫਿਰ ਵਪਾਰੀ ਮਨਮਰਜ਼ੀ ਦੇ ਰੇਟ ਲਾਉਣਗੇ, ਜਿਵੇਂ ਹੁਣ ਨਰਮੇ ਦਾ ਲਾ ਰਹੇ ਆ, ਨਹੀਂ ਮੱਕੀ ਦਾ ਲਾ ਰਹੇ ਆ। ਮੱਕੀ ਜਿਹੜੀ MSP ਹੈ ਜੀ, ਮੱਕੀ ਨਹੀਂ ਹੈ। ਬਾਕੀ ਜਿਹੜੀ ਕਦੋਂ ਕਿਸਾਨ ਦੀ ਫਸਲ ਹੈ, ਕੋਈ ਨਰਮਾ ਹੈ, ਝੋਨਾ ਹੈ, ਕਣਕ ਹੈ, ਉਹਦੇ ਜਿਹੜੇ ਬਚੇ ਹੋਏ ਸਰਕਾਰ ਦੇ ਰੇਟ ਆ, ਸਰਕਾਰ ਉਹਨਾਂ ਨੂੰ ਪਰਚੇਜ ਕਰੂਗੀ ਔਰ ਮੰਡੀ ਬੋਰਡ ਦੇ ਰਾਹੀਂ ਇਹ ਸਾਰਾ ਸਿਸਟਮ ਜਿਵੇਂ ਪਹਿਲਾਂ ਚੱਲ ਰਿਹਾ ਉਸ ਤਰ੍ਹਾਂ ਚੱਲੇਗਾ। ਇਹ ਪੰਜ ਸਾਰੇ ਨਰਿੰਦਰ ਤੋਮਰ ਜੀ ਨੇ ਹੁਣ ਵੀ 4-5 ਫਸਲਾਂ ਤੇ ਮੱਕੀ ਤੇ ਹੈ, ਨਾਨੇ ਤੇ ਹੈ, ਕਪਾਹ ਤੇ ਹੈ, ਝੋਨੇ ਤੇ ਹੈ, ਕਣਕ ਤੇ ਹੈ, ਉਹਨਾਂ ਦਾ ਰੇਟ ਵੀ ਉਸ ਰੇਟ ਨਹੀਂ ਚੱਲਦਾ ਜਿਵੇਂ ਹੁਣ 52-5300 ਸੀ, ਪਰ 4800 4700 4500 ਚੱਲੇ ਨਰਮੇ ਦਾ। ਨਹੀਂ ਨਰਮੇ ਦੇ ਰੇਟ ਦਾ ਜਿਹੜਾ MSP ਸਰਕਾਰ ਦੀ ਖਰੀਦ ਵਾਲੀਆਂ ਏਜੰਸੀਆਂ ਜਿਹੜੀਆਂ ਮੰਨ ਲਓ FCI ਹੋ ਗਈ, ਜਿਹੜੀਆਂ ਸੈਕਟਰ ਦੀਆਂ ਏਜੰਸੀਆਂ ਹੈ ਉਸ ਨੂੰ ਪਰਚੇਜ ਕਰੀ। ਹੁਣ ਮੱਕੀ 2000 ਦਾ ਰੇਟ ਹੈਗਾ ਜੀ, ਪਰ ਵੇਚ ਕੇ 7-800 ਦੀ ਹੁੰਦੀ ਹੈ। ਮੱਕੀ ਦੀ ਪ੍ਰੋਬਲਮ ਹੈਗੀ ਹੈ ਕਿਉਂਕਿ ਮੱਕੀ ਦੇ ਵਿੱਚ ਉਸ ਦੇ ਲਈ ਸੈਂਟਰ ਦੇ ਕੋਲੇ ਇਹ ਹਦਾਇਤ ਵੀ ਗਈ ਹੈ ਔਰ ਸਲਾਹ ਵੀ ਗਈ ਹੈ, ਸੁਝਾਅ ਵੀ ਦਿੱਤੇ ਗਏ ਹੈ ਕਿ ਜਿਹੜਾ ਕਿਸਾਨ ਹੈ ਉਸ ਨੂੰ ਕਮਜ਼ੋਰ ਨਾ ਹੋਣ ਦਿੱਤਾ ਜਾਵੇ, ਉਹਦੀ ਫਸਲ ਦਾ ਜਿਹੜਾ ਵਾਜਬ ਮੁੱਲ ਮਿਲੇ, ਉਹਦੀ ਜਿਹੜੀ ਮਿਹਨਤ ਹੈ, ਉਹਦਾ ਮੁਲਕਾ ਸਭ ਤੋਂ ਪਹਿਲਾਂ ਉਹਦੀ ਕੀਮਤ ਪੂਰੀ ਵਸੂਲ ਕਰ ਸਕੇ। ਉਹਦੇ ਤੋਂ ਉਹਨਾਂ ਨੇ ਦੱਸ ਰਹੇ ਕਿ ਵੀ DC ਤੋਂ ਉੱਤੇ ਉਹਦੀ ਕੋਈ ਅਪਰੋਚ ਵੀ ਨਹੀਂ ਕਰ ਸਕਦਾ ਜੇ ਕੋਈ ਕੇਸ ਪਰਚਾ ਦਰਜ ਕਰਾਉਣਾ ਹੈ। DC ਤੇ ਆਰਡੀਨੈਂਸ ਤੇ ਹੈਗਾ ਜੀ, ਉਹ ਕਹਿੰਦੇ ਜੇ ਕੋਈ ਕਮੀ ਪਾਈ ਜਾਂਦੀ ਹੈਗੀ, ਕੋਈ ਵਪਾਰੀ ਕਮੀ ਹੈ ਕਰਦਾ, ਕੋਈ ਘੱਟ ਰੇਟ ਤੇ ਲੈਂਦਾ ਜਾਓ, ਉਹਦੀ ਅਪੀਲ ਹੋਊਗੀ ਜਿਹੜੀ ਉਸੇ ਪਰ DC ਤੱਕ ਹੈ। DC ਕੁਛ ਜਿਹੜਾ ਫੈਸਲਾ ਕਰਤਾ ਕੋਰਟ ਵੀ ਨਹੀਂ ਜਾਊਗਾ ਉਹ ਫੈਸਲਾ। ਦੇਖੋ ਜੀ ਕੋਰਟ ਦੇ ਵਿੱਚ ਜਾਣ ਦਾ ਹਰੇਕ ਆਦਮੀ ਕੋਲ ਅਧਿਕਾਰ ਹੈ। ਵੈਸੇ ਜਿਹੜਾ DC ਜ਼ਿਲ੍ਹੇ ਨੂੰ ਪੂਰੇ ਜ਼ਿਲ੍ਹੇ ਨੂੰ ਰਿਜ਼ਰਵ ਕਰਨਾ ਹੈ, ਪੂਰੇ ਜ਼ਿਲ੍ਹੇ ਦਾ ਕੰਮ ਦੇ ਦਿੰਦੇ ਆ, ਤਾਂ ਉਹਦੀ ਸ਼ਿਕਾਇਤ ਜੀ ਆਪਾਂ DC ਸਾਹਿਬ ਨੂੰ ਦਿੰਦੇ ਆ, ਚਾਹੇ ਕੋਈ ਛੋਟੀ ਵੀ ਕੋਈ ਹੋਵੇ ਆਪਣੀ ਲੈਟਰ ਪਹਿਲਾਂ DC ਸਾਹਿਬ ਕੋਲ ਜਾਂਦੀ ਹੈ ਕਿ ਸਾਨੂੰ ਆਹ ਪ੍ਰੋਬਲਮ ਹੈ ਜੀ, ਚਾਹੇ ਕੋਈ ਗਲਤ ਮਾਂ-ਬਾਪ ਦੀ ਕੋਈ ਪੈਨਸ਼ਨ ਦਾ ਮਸਲਾ, ਚਾਹੇ ਕੋਈ ਕਿਸੇ ਦੇ ਅਧਿਕਾਰ ਦਾ ਕਿਸੇ ਦਾ ਹੱਕ ਬਣਦਾ, ਤਾਂ ਉਹ DC ਸਾਹਿਬ ਵੀ ਪ੍ਰੋਸੈਸ ਚੈਨਲ ਉੱਥੇ ਚੱਲਦਾ ਕਿ ਉਹ ਸਾਰੇ ਮੈਟਰ ਉੱਥੇ ਉਹ ਕਹਿ ਰਿਹਾ ਵੀ DC ਨੇ ਵਪਾਰੀ ਦੇ ਪੱਖ 'ਚ ਕਰਤਾ, ਉਹ ਦੁਕਾਨ ਅਦਾਲਤ 'ਚ ਜਾਣ ਦਾ ਉਹਦੇ ਕੋਲੇ ਕੋਈ ਹੱਕ ਨਹੀਂ ਗਾ, ਬਸ ਉੱਥੇ ਖੜ ਗਿਆ। ਇਹ ਗੁੰਮਰਾਹ ਕੀਤਾ ਜਾਂਦਾ। ਦੇਖੋ ਪੂਰਾ ਆਰਡੀਨੈਂਸ ਜਦੋਂ ਆਪਣੇ ਸਾਹਮਣੇ ਆਊਗਾ, ਇਹਦੀ ਕਾਪੀ ਲੈ ਕੇ ਸਾਹਮਣੇ ਆਊਗੀ ਤਾਂ ਉਸ ਤੋਂ ਪੜ੍ਹ ਕੇ ਸਾਰੀ ਗੱਲ ਸਿੱਧ ਹੋਊਗੀ। ਉਹ ਇਸ ਆਰਡੀਨੈਂਸ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਔਰ ਬਾਰ-ਬਾਰ ਨਰਿੰਦਰ ਤੋਮਰ ਜੀ ਕਹਿ ਰਹੇ ਨੇ ਕਿ MSP ਕਦੇ ਖਤਮ ਨਹੀਂ ਹੋਏਗੀ ਔਰ ਜਿਹੜਾ ਕਿਸਾਨਾਂ ਦੀ ਮੰਡੀ ਬੋਰਡ ਦੇ ਵਿੱਚ ਇਹਦੇ ਹੱਕ ਹੈਗੇ ਆ ਉਹ ਲਾਗੂ ਰਹਿਣਗੇ। ਆਰਟੀਏ ਨੂੰ ਵੀ ਅਸੀਂ ਬਾਈਪਾਸ ਨਹੀਂ ਕਰ ਰਹੇ, ਉਹ ਕਹਿੰਦੇ ਵੀ ਆਰਟੀਏ ਵੀ ਇਸੇ ਤਰ੍ਹਾਂ ਚੱਲੇਗਾ, ਪਰ ਇਹਦੇ ਵਿੱਚ ਸੋਧ ਲਿਆਉਣ ਦੀ ਲੋੜ ਹੈ। ਬਠਿੰਡਾ ਦੇ ਸੁਰਖਪੀਰ ਰੋਡ ਦੀ ਇੱਕ ਵਿਆਹੁਤਾ ਪਿਛਲੇ ਦਿਨੀ ਘਰੋਂ ਗਾਇਬ ਹੋ ਗਈ ਸੀ ਅਤੇ ਉਸ ਦੀ ਲਾਸ਼ ਕੱਲ ਬਾਦਲ ਲੰਬੀ ਦੇ ਨੇੜਲੇ ਪਿੰਡ ਦੇ ਖੇਤਾਂ ਦੇ ਵਿੱਚੋਂ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਲਾਸ਼ ਬਹੁਤ ਜ਼ਿਆਦਾ ਗਲੀ ਸੜੀ ਹੋਈ ਸੀ। ਲੜਕੀ ਦੇ ਪੇਕਾ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਸ ਦੇ ਪਤੀ ਦੇ ਵੱਲੋਂ ਕਤਲ ਕਰਕੇ ਉਸ ਨੂੰ ਉੱਥੇ ਸੁੱਟ ਦਿੱਤਾ ਗਿਆ ਹੈ। ਬਠਿੰਡਾ ਦੇ ਸੁਰਖਪੀਰ ਰੋਡ ਤੇ ਇੱਕ ਵਿਆਹੁਤਾ ਪਿਛਲੇ ਦਿਨੀ ਘਰੋਂ ਗਾਇਬ ਸੀ ਅਤੇ ਉਸ ਦੀ ਲਾਸ਼ ਕੱਲ ਬਾਦਲ ਲੰਬੀ ਦੇ ਨੇੜਲੇ ਪਿੰਡ ਖੇਤਾਂ ਕੋਲ ਸੂਏ ਵਿੱਚੋਂ ਮਿਲੀ। ਲਾਸ਼ ਬਹੁਤ ਜ਼ਿਆਦਾ ਗਲੀ ਸੜੀ ਸੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਨੇ ਕਿ ਉਸ ਦੇ ਪਤੀ ਵੱਲੋਂ ਕਤਲ ਕਰਕੇ ਉਸ ਨੂੰ ਸੂਏ ਵਿੱਚ ਸੁੱਟਿਆ ਗਿਆ, ਕਿਉਂਕਿ ਉਹ ਪਹਿਲਾਂ ਹੀ ਲੜਕੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਅਤੇ ਉਸ ਨੂੰ ਮਾੜਾ ਚੰਗਾ ਬੋਲਦਾ ਰਹਿੰਦਾ ਸੀ। ਦੇਖੋ ਬਠਿੰਡਾ ਤੋਂ ਅਵਤਾਰ ਸਿੰਘ ਕੈਂਥ ਦੀ ਰਿਪੋਰਟ। ਮੇਰਾ ਨਾਮ ਕੋਮਲ ਰਾਣੀ ਹੈ ਜੀ, ਮੈਂ ਮੋਨਿਕਾ ਦੀ ਭਾਬੀ ਹਾਂ। ਹਾਂਜੀ 4-5 ਦਿਨਾਂ ਤੋਂ ਮੇਰੀ ਨਣਦ ਨਾਲ ਲਾਪਤਾ ਸੀਗੀ। ਮੇਰੇ ਕੋਲ ਫੋਨ ਆਇਆ 10 ਤਰੀਕ ਨੂੰ ਦੁਪਹਿਰ ਦੇ ਟਾਈਮ, ਮੇਰੇ ਕੋਲ ਰੋਂਦੀ ਰਹੀ ਹੈ ਵੀ ਭਾਬੀ ਮੈਨੂੰ ਦੀਪਕ ਐਂ ਬੋਲਦਾ, ਪ੍ਰਦੀਪ ਐਂ ਬੋਲਦਾ। ਉਸ ਨੂੰ ਮੈਂ ਸਮਝਾਈ ਗਈ ਹਾਂ ਕਾਫੀ, ਕੋਈ ਗੱਲ ਨਹੀਂ ਮੋਨਿਕਾ ਹੁੰਦੀ ਰਹਿੰਦੀ ਨੇ, ਕੋਈ ਗੱਲ ਨਹੀਂ ਤੂੰ ਘਰੇ ਜਾਂਦੀ ਰਹਿ, ਸਭ ਕੁਝ ਸੈੱਟ ਹੋ ਜੂ, ਮੈਂ ਦੀਪਕ ਨਾਲ ਗੱਲ ਕਰੂੰਗੀ। ਉਸ ਤੋਂ ਬਾਅਦ ਘਰੇ ਸ਼ਾਮ ਨੂੰ ਗਈ ਹੈਗੀ, ਮੇਰੇ ਕੋਲ 9:30 ਵਜੇ ਪੌਣੇ 10 ਵਜੇ ਦੀਪਕ ਦਾ ਫੋਨ ਆਏਗਾ ਵੀ ਦੀਦੀ ਇਸ ਤਰ੍ਹਾਂ ਕਰਕੇ ਮੋਨਿਕਾ ਆਈ ਨਹੀਂ ਘਰੇ, ਤੁਸੀਂ ਉਹਨੂੰ ਫੋਨ ਕਰਕੇ ਪੁੱਛੋ। ਮੇਰਾ ਫੋਨ ਨਹੀਂ ਚੱਕਦੀ ਪਈਗੀ ਵੀ ਇੱਕ ਵਾਰ ਲੈ ਕੇ ਆਏ ਘਰੇ, ਮਾੜੀ ਮੋਟੀ ਬੋਲ ਚਾਲ ਹੋਈ ਹੈ ਵੀ ਜਿੱਥੋਂ ਤੱਕ ਉਹਨੇ ਮੈਨੂੰ ਦੱਸਿਆ ਵੀ ਨੋਰਮਲ ਗੱਲਾਂ ਦੱਸੀਆਂ ਨੇ ਵੀ ਇਸ ਤਰ੍ਹਾਂ ਕਰਕੇ ਬੋਲਦੀ ਸੀਗੀ ਤੇ ਥੋੜੀ ਬਹੁਤ ਉਹਨੇ ਗੱਲ ਕਹੀ ਅੱਗੋਂ, ਉਹ ਅੱਗੋਂ ਚਲੀ ਗਈ। ਉਹ ਕਹਿੰਦਾ ਉਸ ਤੋਂ ਦੀ ਫੋਨ ਤੇ ਗੱਲ ਕਰਦੀ ਗਈ ਹੈ ਬਾਹਰ। ਉਹ
ਫੋਨ ਤੇ ਗੱਲ ਕਰਦੀ, ਕਹਿੰਦੀ ਮੇਰਾ ਫੋਨ ਨਹੀਂ ਚੱਕਦੇ ਵੀ ਤੁਸੀਂ ਗੱਲ ਕਰੋ। ਮੈਂ ਫੋਨ ਟਰਾਈ ਕਰੀ ਗਈ, ਉਹਨੇ ਫੋਨ ਮੇਰਾ ਕੋਈ ਨਹੀਂ ਚੱਕਿਆ ਹੈਗਾ। ਉਸ ਵੇਲੇ ਸਾਨੂੰ ਸ਼ੱਕ ਹੋਇਆ ਵੀ ਆਪਾਂ ਜਾਈਏ ਇੱਕ ਵਾਰੀ। ਉੱਥੇ ਗਏ ਅਸੀਂ, ਦੂਸਰੇ ਦਿਨ ਜਦੋਂ ਪਹੁੰਚੇ ਹਾਂ ਝੀਲਾਂ ਕੋਲੋਂ ਸਾਨੂੰ ਫੋਨ ਦੀ ਲੋਕੇਸ਼ਨ ਕਢਾਈ ਹੈਗੀ, ਫੋਨ ਦੀ ਲੋਕੇਸ਼ਨ ਮਿਲੀ ਹੈ। ਉਸ ਵੇਲੇ ਸਾਨੂੰ ਵੀ ਇਸ ਤਰ੍ਹਾਂ ਸਾਰੇ ਕੁਝ ਸੋਚਦੇ ਰਹੇ ਵੀ ਗੁੜੀਆ ਕਿਤੇ ਕਿਸੇ ਪਾਸ ਜਾਂਦੀ ਰਹੀ ਜਾਂ ਕਿਸੇ ਨੇ ਚੱਕ ਲਈ ਜਾਂ ਕੁਝ ਹੋ ਗਿਆ, ਉਹਦੇ ਨਾਲ ਹਾਦਸਾ ਹੋ ਗਿਆ। ਉਸ ਤੋਂ ਬਾਅਦ ਅਸੀਂ ਜਦੋਂ 2-3 ਦਿਨ ਦੇਖਦੇ ਰਹੇ, ਪੁਲਿਸ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਗੀ, ਕੋਈ ਵੀ ਨਹੀਂ ਕੀਤੀ। ਅਸੀਂ ਸੋਚਦੇ ਰਹੇ ਵੀ ਪੁਲਿਸ ਇਨਕੁਆਇਰੀ ਕਿਉਂ ਨਹੀਂ ਕਰ ਰਹੀਗੀ, ਨਹੀਂ ਕੀਤੀ ਉਹਨਾਂ ਨੇ। ਫਿਰ ਅਸੀਂ ਖੁਦ ਹੀ ਉਹਦੀ ਡਿਟੇਲ ਕਢਵਾਉਂਦੇ ਰਹੇ, ਕੈਮਰਾ ਚੈੱਕ ਕਰਵਾਇਆ, ਸਾਰਾ ਕੁਝ ਕਰਵਾਇਆ, ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਗੀ। ਉਸ ਤੋਂ ਬਾਅਦ ਜਦੋਂ ਅਸੀਂ ਅੱਜ ਸਾਨੂੰ ਫੋਨ ਆਇਆ ਸਵੇਰ ਦੇ ਟਾਈਮ ਵੀ ਉੱਥੇ ਇੱਕ ਲਾਸ਼ ਮਿਲੀ ਹੈ, ਉੱਥੇ ਸਾਰੇ ਇਕੱਠੇ ਹੋਏ, ਸਾਨੂੰ ਉੱਥੇ ਸ਼ੱਕ ਪਿਆ। ਉੱਥੇ ਜਾ ਕੇ ਅਸੀਂ ਕੀਤਾ ਵੀ ਸਾਡੀ ਕੁੜੀਆ ਦੀ ਲਾਸ਼ ਸੀ। ਕਿਹੜੀ ਜਗ੍ਹਾ ਤੋਂ ਮਿਲੀ ਹੈ? ਇਹ ਜੀ ਲੰਮੀ ਤੋਂ ਅੱਗੇ ਬਾਦਲ ਦੇ ਕੋਲੇ ਕੋਈ ਪਿੰਡ ਦਾ ਨਾਮ ਲੈਂਦੇ, ਪਿੰਡ ਦਾ ਨਾਮ ਪਤਾ ਨਾਮ ਕੀ ਲੈਂਦੇ ਪਏ ਹੁੰਦਾ। ਹਾਂਜੀ, ਹੁਣ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਵੀ ਸਾਡੀ ਗੁੜੀਆ, ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਵੀ ਸਾਡੀ ਗੁੜੀਆ ਇਸ ਤਰ੍ਹਾਂ ਦਾ ਕਦਮ ਕੋਈ ਚੱਕ ਨਹੀਂ ਸਕਦੀ। ਉਹਨਾਂ ਨਾਲ ਕੀ ਵਾਰਦਾਤ ਹੋਈ ਹੈ, ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ। ਪਹਿਲਾਂ ਵੀ ਉਹਦੇ ਨਾਲ ਕੋਈ ਫੋਨ ਆਇਆ ਤੁਹਾਡੇ ਕੋਲ? ਕਿਵੇਂ? ਹਾਂਜੀ, ਕਈ ਵਾਰ ਲੜਾਈ ਝਗੜੇ ਤੇ ਸਾਡੇ ਕੋਲ ਫੋਨ ਆਉਂਦੇ ਰਹੇ ਜੀ ਵੀ ਬਸ ਅਸੀਂ ਗੁੜੀਆ ਨੂੰ ਇਹ ਸਮਝਾਉਂਦੇ ਸੀ ਵੀ ਚੱਲ ਕੋਈ ਗੱਲ ਨਹੀਂ, ਹੁੰਦੀਆਂ ਰਹਿੰਦੀਆਂ ਨਹੀਂ, ਤੂੰ ਸਮਝਦਾਰ ਹੈ, ਤੂੰ ਸਮਝ ਜਾ, ਕੋਈ ਗੱਲ ਨਹੀਂ ਹੁੰਦੀ, ਅਸੀਂ ਸਮਝਾਵਾਂਗੇ। ਅਸੀਂ ਦੀਪਕ ਨੂੰ ਕਈ ਵਾਰ ਗੱਲਾਂ ਸਮਝਾਈਆਂ ਨੇ ਵੀ ਤੂੰ ਸਮਝ ਜਾ ਦੀਪਕ, ਕੋਈ ਗੱਲ ਨਹੀਂ, ਇਹ ਵੀ ਹੈ ਜੀ ਹੋ ਜਾ, ਤੂੰ ਸਮਝ ਜਾ ਇਸ ਗੱਲ। ਸ਼ੱਕ ਸਾਨੂੰ ਕਿਸ ਤੇ ਵੀ, ਸਾਨੂੰ ਹੁਣ ਪਰਿਵਾਰ ਤੇ ਸ਼ੱਕ ਜਾਂਦੇ ਵੀ ਇਹਨਾਂ 'ਚ ਕੀ ਗੱਲਾਂ ਹੋਈਆਂ ਨੇ, ਸਾਨੂੰ ਉਹ ਪਤਾ ਲੱਗਣਾ ਚਾਹੀਦਾ ਵੀ ਇਹਨਾਂ 'ਚ ਕੀ ਗੱਲਾਂ ਹੋਈਆਂ ਨੇ। ਨਾ ਤੇ ਕੀ ਘਟਨਾ ਹੋਈ? ਮੇਰਾ ਨਾਮ ਜੀ ਅਸ਼ੋਕ ਕੁਮਾਰ ਹੈ ਜੀ, ਮੈਂ ਮਾਨਸਾ ਤੋਂ ਰਹਿਣ ਵਾਲਾ ਗਾ। ਇਹ ਜਿਹੜੀ ਗੁੜੀ ਹੈਗੀ ਇਹ ਮੇਰੇ ਚਾਚੇ ਦੀ ਕੁੜੀ ਹੈ ਜੀ, ਸਕੇ ਦੀ, ਠੀਕ ਹੈ ਜੀ। ਨਾਮ ਇਹਦਾ ਹੈਗਾ ਮੋਨਿਕਾ ਸੋਨੀ। ਹਾਂਜੀ, ਮੈਨੂੰ ਵੀ ਕਹਿ ਦਿੰਦੇ ਨੇ ਕਿ ਇਹ 10 ਤਰੀਕ ਤੋਂ ਸ਼ਾਮ ਨੂੰ 8:30 ਵਜੇ ਇਹਨਾਂ ਦਾ ਘਰ ਵਾਲਾ ਉਹਨੂੰ ਦੁਕਾਨ ਤੋਂ ਲੈ ਕੇ ਆਇਆ ਜੀ ਉੱਥੋਂ, ਠੀਕ ਹੈ ਜੀ। ਲਿਆ ਕੇ ਉਸ ਤੋਂ ਬਾਅਦ ਘੰਟੇ 1.5 ਘੰਟੇ ਦੇ ਵਿੱਚ ਕੋਈ ਇਹੋ ਜਿਹੀ ਕੋਈ ਗੱਲ ਹੋਈ ਹੈ ਜੀ ਇਹਨਾਂ ਦੇ ਵਿੱਚ, ਜਿਹੜੀ ਉਹਨਾਂ ਨੂੰ ਵੀ ਇਹੋ ਜਿਹੀ ਕੋਈ ਗੱਲ ਕਰਨੀ ਪੈ ਗਈ ਜੀ। ਕੀ ਕੀਤਾ ਜੀ? ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਗੁੜੀਆਂ ਕਰਕੇ ਕਿੱਥੋਂ ਮਿਲੀ? ਇਹ ਸਾਡੇ ਕੋਲੇ ਜੀ ਸ਼ਾਮ ਨੂੰ ਫੋਨ ਆਇਆ ਜੀ, ਰਾਤ ਨੂੰ 9:15 ਵਜੇ ਦੀ ਗੱਲ ਹੈ ਜੀ। ਰਾਤ 9 ਵਜੇ ਆਇਆ, ਕਹਿੰਦੇ ਵੀ ਆਪਣੀ ਵੀ ਮੋਨਿਕਾ ਇਹਦੀ ਭਾਬੀ ਕੋਲ ਫੋਨ ਆਇਆ, ਕਹਿੰਦੇ ਇਹ ਕਹਿੰਦੀ ਜੀ ਮੇਰੀ ਦੀਦੀ ਕਹਿੰਦੀ ਵੀ ਆਪਣਾ ਮੋਨਿਕਾ ਪਤਾ ਨਹੀਂ ਕਿੱਧਰ ਚਲੀ ਗਈ, ਤੇ ਉਹਨੂੰ ਵੀ ਮਾੜਾ ਜਿਹਾ ਵੀ ਤੁਸੀਂ ਸਮਝਾਓ ਕਹਿੰਦੇ। ਉਹ ਅਸੀਂ ਮੋਨਿਕਾ ਨੂੰ ਫੋਨ ਲਾਇਆ ਜੀ, ਉਹਦਾ ਫੋਨ ਨਹੀਂ ਮਿਲਿਆ, ਨਾ ਚੱਕਿਆ ਜੀ ਉਹਨੇ, ਠੀਕ ਹੈ ਜੀ। ਉਸ ਤੋਂ ਬਾਅਦ ਇਹਨੇ 2-4 ਰਿਸ਼ਤੇਦਾਰਾਂ ਦੇ ਵਿੱਚ ਹੋਰ ਫੋਨ ਕੀਤਾ ਹੋਊਗਾ। 10 ਤਰੀਕ ਦੀ ਗਾਇਬ ਮੁੜ ਗਿਆ। ਹਾਂ, 10 ਤਰੀਕ ਦੀ ਗਾਇਬ ਹੈ ਜੀ। ਉਸ ਤੋਂ ਬਾਅਦ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਕਮਲੀ ਜੀ ਰਹਿੰਦੀ ਹੈਗੀ ਉੱਥੇ। 10 ਤਰੀਕ ਤੋਂ ਜਦੋਂ ਅਸੀਂ ਆ ਗਏ, ਅਸੀਂ ਉੱਥੇ ਆ ਕੇ ਕਰਨਾਲ ਚੌਂਕੀ ਦੇ ਵਿੱਚ ਲੋਕੇਸ਼ਨ ਇਹਨਾਂ ਦੇ ਉਹ ਕਢਵਾਈ ਹੋਈ ਸੀਗੀ। ਉਹ ਕਮਲੀ ਤੋਂ ਮਿਲਿਆ ਜੀ? ਹਾਂਜੀ, ਉੱਥੇ ਰਿਪੋਰਟ ਵਗੈਰਾ ਦਿੱਤੀ ਹੋਈ ਸੀ ਕਰਨਾਲ ਚੌਂਕੀ ਦੇ ਵਿੱਚ। ਅੱਜ ਕੀ ਹੋਇਆ ਜੀ? ਅੱਜ ਤੁਹਾਨੂੰ ਕੀ ਪਤਾ ਲੱਗਾ? ਅੱਜ ਸਾਨੂੰ ਪਤਾ ਲੱਗਾ ਜੀ, ਅਸੀਂ ਨਹਿਰ ਦੇ ਵਿੱਚ ਉੱਥੇ ਜਾ ਕੇ ਜੀ, ਬਾਵਾ ਦੂਰ ਦੇਦੂਵਾਲ ਪਿੰਡ ਹੈ ਜੀ, ਉੱਥੇ ਉਹਦੇ ਕੋਈ ਛੋਟੀ ਜਿਹੀ ਕੱਸੀ ਹੈਗੀ, ਉਹ ਕੱਸੀ ਦੇ ਵਿੱਚੋਂ ਅਸੀਂ ਇਹਨੂੰ ਕੱਢ ਕੇ ਲਿਆਂਦਾ ਜੀ ਉੱਥੋਂ। ਹੁਣ ਪੁਲਿਸ ਵੱਲੋਂ ਕਿਹੋ ਜਿਹੀ ਕਾਰਵਾਈ ਕੀਤੀ ਜਾ ਰਹੀ ਹੈ? ਪੁਲਿਸ ਵੱਲੋਂ ਹਜੇ ਤੱਕ ਤਾਂ ਜੀ ਕੋਈ ਕਾਰਵਾਈ ਹੈ ਨਹੀਂ ਗੀ ਸਾਡੇ ਕੋਲੇ, ਨਾ ਤਾਂ ਕੋਈ ਇੱਥੇ ਪੁਲਿਸ ਵਾਲਾ ਖੜਾ ਗਾ, ਕੋਈ ਨਾ ਕੋਈ ਪੁਲਿਸ ਵਾਲੇ ਨੇ ਕੋਈ ਕਾਰਵਾਈ ਕੀਤੀ ਹੈਗੀ। ਕੀ ਮੰਗ ਕੀ ਕਰਦੇ ਹੋ ਪੁਲਿਸ ਤੋਂ? ਕਿਹੋ ਜਿਹੀ ਕਾਰਵਾਈ? ਪੁਲਿਸ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੀ ਵੀ ਸਾਨੂੰ ਵੀ ਪੂਰਾ ਇਨਸਾਫ ਦਿਵਾਇਆ ਜਾਵੇ। ਕਿਸੇ ਤੇ ਸ਼ੱਕ ਤੋਂ ਨਹੀਂ? ਕਿਸੇ ਤੇ ਸਾਨੂੰ ਵੀ ਇਹਨਾਂ ਦੇ ਵੀ ਅਸੀਂ ਇਹ ਕਹਿ ਨਹੀਂ ਸਕਦੇ ਵੀ ਸਾਨੂੰ ਤਾਂ ਵੀ ਇਸ ਤਰ੍ਹਾਂ ਵੀ ਇਹਨਾਂ ਦੇ ਵੀ ਸ਼ੱਕ ਜਾਂਦਾ ਜੀ। ਹੁਣ ਤਾਂ ਸ਼ੱਕ ਤਾਂ ਜਾਂਦੀ ਹੀ ਇਹਨਾਂ ਦੀ ਵੀ। ਹੁਣ ਸਾਡੀ ਕੁੜੀ ਗਈ, ਅਸੀਂ ਸਾਨੂੰ ਸਭ ਤੇ ਸ਼ੱਕ ਹੈ ਜੀ ਵੀ ਕਾਰਵਾਈ ਸਾਨੂੰ ਵੀ ਪੂਰੀ, ਯਾਨੀ ਕਿ ਤਸੱਲੀ ਨਾਲ ਕਾਰਵਾਈ ਕਰੋ ਜੀ, ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਚੀਜ਼ ਦੀ। ਰੋਹਿਤ ਸੋਨੀ ਜੀ, ਸਰਸੇ ਤੋਂ ਜੀ। ਮੈਂ ਗੁੜੀਆ ਦਾ ਚਾਚਾ ਹਾਂ ਜੀ, ਮੋਨਿਕਾ ਦਾ ਜੀ। ਗੁੜੀਆ ਦਾ ਮੇਰੇ ਕੋਲ ਪਹਿਲਾਂ ਕਾਫੀ ਫੋਨ ਆਇਆ ਸੀਗਾ, ਲੇਕਿਨ ਹੁਣ ਆਇਆ ਤਾਂ ਦੀਪਕ ਦਾ ਫੋਨ ਆਇਆ ਸੀ ਮੇਰੇ ਕੋਲ। ਰਾਤ ਨੂੰ ਕਰੀਬ 11 ਵਜੇ ਲਗਭਗ ਆਇਆ ਸੀ ਫੋਨ ਮੇਰੇ ਕੋਲ। ਕਹਿੰਦਾ ਵੀ ਚਾਚਾ ਜੀ ਇਸ ਤਰ੍ਹਾਂ ਕਰਕੇ ਆਹ ਗੱਲ ਹੋ ਗਈ ਹੈ, ਮੰਨੂ ਕਹਿੰਦੇ ਕਰ ਨਹੀਂ ਗਈ, ਮੰਨੂ ਇੱਥੋਂ ਚਲੀ ਗਈ ਹੈ। ਮੈਂ ਕਿੱਥੇ ਚਲੀ ਗਈ ਹੈ? ਕਹਿੰਦੇ ਨਾਨੀ ਨਾਲ ਗੱਲ ਕੀਤੀ ਹੈ, ਲਾਸਟ ਕਾਲ 9:15 ਵਜੇ, 9 ਵਜੇ ਕੇ ਲਗਭਗ ਕਹਿੰਦੇ। ਉਸ ਤੋਂ ਬਾਅਦ ਕਹਿੰਦਾ ਪਤਾ ਨਹੀਂ ਲੱਗਿਆ ਕਹਿੰਦਾ ਕਿੱਥੇ ਚਲੇ ਗਏ ਕਹਿੰਦੇ। ਮੈਂ ਕਿਹਾ ਬੇਟੇ ਤੂੰ ਕਾਰਵਾਈ ਕਰ, ਮੈਂ ਜਾ ਕੇ ਦੇਖ ਪਤਾ ਕਰ ਜਾ ਕੇ ਥੋੜ੍ਹਾ ਪਿੱਛੇ ਜਾ ਕੇ। ਕਹਿੰਦਾ ਮੈਂ ਸਾਰੇ ਦੇਖਿਆ ਜਾ ਕੇ, ਕਹਿੰਦਾ ਮੈਨੂੰ ਮਿਲੀ ਨਹੀਂ ਕਹਿੰਦਾ। ਮੈਂ ਚਲੋ ਇਸ ਤਰ੍ਹਾਂ ਕਰ, ਮੈਂ ਤੂੰ ਆਪਣੇ ਨਾਲ ਜਿਹੜੇ ਕੋਈ ਚੌਂਕੀ ਹੈ, ਥਾਣਾ ਹੈ, ਉੱਥੇ ਜਾ ਕੇ ਮੈਂ ਇਤਲਾਹ ਕਰ ਜਾ ਕੇ। ਇਸ ਨੇ 2:30 ਵਜੇ ਰਿਪੋਰਟ ਦਿੱਤੀ ਹੈ ਜੀ ਉੱਥੇ ਜਾ ਕੇ, 10 ਤਰੀਕ ਨੂੰ ਜੀ ਜਾ ਕੇ। ਉਸ ਤੋਂ ਬਾਅਦ ਇਹਨੇ ਸਵੇਰੇ ਜਦੋਂ ਮੈਨੂੰ ਪੁੱਛਿਆ, ਸਵੇਰੇ ਮੈਂ ਥੋੜ੍ਹਾ ਜਿਹਾ ਬਿਮਾਰ ਸੀਗਾ ਜ਼ਿਆਦਾ ਕਾਫੀ, ਠੀਕ ਹੈ, ਮੈਨੂੰ ਚੱਕਰ ਵਜੇ ਆ ਗਏ ਸੀ, ਮੈਂ ਵੀ ਡਿੱਗ ਪਿਆ ਸੀ ਘਰੇ ਜੀ। 3 ਵਜੇ ਲਗਭਗ ਮੈਂ ਸ਼ਾਮ ਨੂੰ ਜਦੋਂ ਫੋਨ ਕੀਤਾ, ਮੈਂ ਬੇਟੇ ਕੀ ਬਣਿਆ? ਕਹਿੰਦਾ ਮੈਂ ਥਾਣੇ ਨਹੀਂ ਗਿਆ ਜੀ। ਕਹਿੰਦਾ ਮੈਂ ਤੂੰ ਥਾਣੇ ਕਿਉਂ ਨਹੀਂ ਗਿਆ? ਕਰ ਰਾਤ ਦਾ ਮੈਂ 2:30 ਵਜੇ ਦਾ ਥਾਣੇ ਗਿਆ ਹੈ, ਤਾਂ ਦੁਬਾਰਾ ਕਿਉਂ ਨਹੀਂ ਗਿਆ? ਕਹਿੰਦਾ ਮੇਰੇ ਤੋਂ ਸਨੈਪ ਵਗੈਰਾ ਫੋਟੋਆਂ ਵਗੈਰਾ ਮੰਗਾਈਆਂ ਸੀਗੀਆਂ, ਠੀਕ ਹੈ, ਉਹ ਮੈਂ ਲੈ ਕੇ ਜਾਣੀਆਂ ਨੇ। ਇਸੇ ਤਰ੍ਹਾਂ ਹੀ ਸਾਡੇ ਭਾਣਜੇ ਅਤੇ ਭਤੀਜੇ ਮਾਨਸਾ ਤੋਂ ਸਾਰੇ ਇੱਥੇ ਪਹੁੰਚ ਗਏ ਲਗਭਗ 4:30 ਵਜੇ। ਸਾਡਾ ਉਹਨਾਂ ਨਾਲ ਸੰਪਰਕ ਹੋਇਆ। ਇਹ ਜਾ ਕੇ ਜਦੋਂ ਥਾਣੇ ਪਹੁੰਚੇ, ਉਸ ਤੋਂ ਬਾਅਦ ਇਹਨਾਂ ਨਾਲ ਲੋਕੇਸ਼ਨ ਕਢਾਈ। ਲੋਕੇਸ਼ਨ ਕਢਾਉਣ ਤੋਂ ਬਾਅਦ ਇਹ ਝੀਲਾਂ 'ਤੇ ਪਹੁੰਚੇ। ਝੀਲਾਂ ਦੇ ਨਾਲ ਉੱਥੋਂ ਪੁਲਿਸ ਮਹਿਕਮੇ 'ਚੋਂ 2 ਬੰਦੇ ਨਾਲ ਇਹਨਾਂ ਦੇ ਗਏ ਸੀਗੇ, ਠੀਕ ਹੈ, ਉਹ ਵਾਪਸ ਆ ਗਏ ਸੀਗੇ। ਸਾਡੇ ਜਿਹੜੇ ਰਿਸ਼ਤੇਦਾਰ ਸੀਗੇ 8-10 ਜਣੇ, ਇਹ ਉੱਥੇ ਲਗਭਗ ਰਾਤ ਦੇ 8 ਵਜੇ ਤੱਕ ਮੱਥਾ ਮਾਰਦੇ ਰਹੇ, ਕਦੇ ਇੱਧਰ ਤੇ ਕਦੇ ਉੱਧਰ। ਇੱਕ ਉੱਥੇ ਕਮਲੀ ਸੀਗੀ ਮੈਂਟਲ ਬੰਗਾਲਣ, ਉਹਦੇ ਕੋਲੋਂ ਮੋਬਾਈਲ ਮਿਲਿਆ ਜੀ।
ਉਹਦੇ ਕੋਲ ਮੋਬਾਈਲ ਮਿਲਣ ਤੋਂ ਬਾਅਦ ਸਾਡੇ ਰਿਸ਼ਤੇਦਾਰ ਭਤੀਜੇ ਨੇ ਫੋਨ ਕੀਤਾ ਥਾਣੇ 'ਚ ਵੀ ਇਸ ਤਰ੍ਹਾਂ ਕਰਕੇ ਵੀ ਮੋਬਾਈਲ ਮਿਲ ਗਿਆ ਹੈ ਬੰਗਾਲਨ ਕੋਲੋਂ ਤੇ ਤੁਸੀਂ ਇੱਥੇ ਜਾ ਕੇ ਆਓ, ਇਹ ਬੰਗਾਲਨ ਫੋਨ ਨਹੀਂ ਦੇ ਰਹੀ ਹੈ। ਉੱਥੋਂ ਉਸ ਤੋਂ ਬਾਅਦ PCR ਇੱਥੇ ਖੜੀ ਸੀ ਚੌਂਕ ਦੇ ਵਿੱਚ, ਉਹ PCR ਵਾਲਾ ਆਏ, PCR ਵਾਲਿਆਂ ਨੇ ਉਹਨਾਂ ਦਾ ਮੋਬਾਈਲ ਲਿੱਤਾ। ਮੋਬਾਈਲ ਲੈ ਕੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਸਾਨੂੰ ਸਵੇਰੇ 9 ਵਜੇ ਅਸੀਂ ਤੁਹਾਨੂੰ ਸਾਰਾ ਕਨਫਰਮ ਕਰ ਦਾਂਗੇ ਜਿਹੜੀ ਗੱਲਬਾਤ ਹੈਗੀ ਹੈ। ਰਾਤ ਨੂੰ ਸਾਰਾ ਕਲੱਬ ਵਾਲਿਆਂ ਨੂੰ ਬੁਲਾਇਆ ਸੀ, ਸਾਰਾ ਕਲੱਬ ਵਾਲੇ ਕਹਿੰਦੇ ਵੀ ਇਸ ਟਾਈਮ ਅਸੀਂ ਚਿੱਲਾਂ 'ਚ ਕੁਝ ਨਹੀਂ ਦੇਖ ਸਕਦੇ, ਠੀਕ ਹੈ। ਪੁਲਿਸ ਮਹਿਕਮੇ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਸਵੇਰੇ ਜਿਹੜੀ ਕਾਰਵਾਈ ਹੋਵੇਗੀ ਸਵੇਰੇ 9 ਵਜੇ ਤੁਹਾਨੂੰ CDR ਲਾ ਕੇ। ਕਦੋਂ ਪਤਾ ਲੱਗਿਆ ਜੀ? ਮੈਨੂੰ ਰਾਤ ਨੂੰ 10 ਤਰੀਕ 11:30 ਵਜੇ ਪਤਾ ਲੱਗਿਆ ਸੀ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਕਹਿੰਦਾ ਵੀ CDR ਆਵੇਗੀ। ਰਾਤ ਨੂੰ ਇਹ 9:30 ਵਜੇ ਸਾਰੀ ਫੈਮਿਲੀ ਜੋ ਸਾਡੇ ਘਰ ਦੇ ਸੀਗੇ ਇਹ ਵਾਪਸ ਇੱਥੇ ਬਠਿੰਡੇ ਰੁਕੇ, ਇੱਥੇ ਆ ਗਏ ਜੀ। ਅਸੀਂ ਵੀ ਉੱਥੇ ਲਗਭਗ ਸਵੇਰੇ ਅਸੀਂ ਚੱਲੇ 11 ਤਰੀਕ ਨੂੰ ਜੀ, ਅਸੀਂ ਵੀ ਪਹੁੰਚ ਗਏ ਜੀ। ਪਹੁੰਚਣ ਤੋਂ ਬਾਅਦ ਇੱਥੇ ਕੋਈ ਕਾਰਵਾਈ ਨਹੀਂ ਹੋਈ ਸੀ ਜੀ, ਠੀਕ ਹੈ ਜੀ। ਕਰਮਜੀਤ ਸਿੰਘ ਜੀ SI ਉਹ ਪਹੁੰਚੇ ਸਾਡੇ ਕੋਲ 11:30 ਵਜੇ ਝੀਲਾਂ 'ਤੇ ਜੀ। ਝੀਲਾਂ 'ਤੇ ਪਹੁੰਚੇ, ਸਾਡੇ ਨਾਲ ਉਹਨਾਂ ਨੇ ਘੰਟਾ 2 ਘੰਟਾ ਸਾਰਾ ਦੇਖਿਆ ਜੀ, ਹਿਸਾਬ ਦੇਖਿਆ, ਘਰ ਵੀ ਆਏ। ਉਸ ਤੋਂ ਬਾਅਦ ਫਿਰ ਅਸੀਂ ਥਾਣੇ ਗਏ ਜੀ। ਥਾਣੇ ਗਏ, ਸਾਨੂੰ SSO ਸਾਹਿਬ ਨੇ ਕਹਿੰਦੇ ਮੁਲਾਕਾਤ ਕਰਾਣੇ ਹੈ। ਸਾਡੀ SSO ਸਾਹਿਬ ਨੇ ਮੁਲਾਕਾਤ ਨਹੀਂ ਕਰਵਾਈ, ਸ਼ਾਇਦ ਮੀਟਿੰਗ ਸੀਗੀ, ਕੋਈ ਬਿਜੀ ਸੀਗੇ ਜੀ। ਅਸੀਂ ਉੱਥੇ ਜਿਹਨਾਂ ਨੂੰ ਪੁੱਛਿਆ ਵੀ ਕੀ ਗੱਲਬਾਤ ਬਣੀ, ਠੀਕ ਹੈ ਜੀ। ਉੱਥੇ ਸੀ ਆਪਣੇ ਸੁਖਰਾਜ ਸਿੰਘ ਜੀ ASI ਜੀ, ਉਹ 5:30 ਵਜੇ ਆਏ ਵਾਪਸ ਜਦੋਂ ਥਾਣੇ 'ਚ ਅੰਦਰੋਂ ਜੀ। ਅਸੀਂ ਬਾਹਰ ਬੈਠੇ ਸੀਗੇ ਵੈਟਿੰਗ 'ਚ ਜੀ, ਸਾਨੂੰ 1.5-2 ਘੰਟੇ ਹੋ ਗਏ ਸੀ ਜੀ। ਉਸ ਟਾਈਮ ਸਰਦਾਰ ਸ੍ਰੀ DSP ਰੋਮਾਣਾ ਸਾਹਿਬ ਜੀ ਵੀ ਉੱਥੇ ਹੋ ਕੇ ਗਏ ਸੀਗੇ ਜੀ। ਉਦੋਂ ਅਸੀਂ ਬਾਹਰ ਬੈਠੇ ਸੀ 1.5-2 ਘੰਟੇ ਦੇ, ਸਾਡੀ ਕੋਈ ਮੁਲਾਕਾਤ ਨਹੀਂ ਕਰਾਈ। ਜਦੋਂ ਅਸੀਂ ਉਹਨੇ ਪੁੱਛਿਆ ਵੀ ਤੁਸੀਂ 9 ਵਜੇ ਤੱਕ ਕੀ ਕਾਰਵਾਈ ਕੀਤੀ ਹੈ, ਵੀ ਤੁਸੀਂ ਸਾਨੂੰ ਕਹਿੰਦੇ CDR ਨਿਕਲੇਗਾ, ਲੋਕੇਸ਼ਨ ਨਿਕਲੇਗੀ ਮੋਬਾਈਲ ਦੀ, ਸਾਨੂੰ ਵੀ ਕੋਈ ਪਤਾ ਤਾਂ ਲੱਗੇ ਕੀ ਗੱਲ ਹੈ। ਉਹ ਕਹਿੰਦੇ ਜੀ ਹੁਣ ਅਸੀਂ ਭੇਜ ਰਹੇ ਹਾਂ। ਉਹਨਾਂ ਨੇ 5 ਵਜੇ CDR ਵਾਸਤੇ ਰਿਪੋਰਟ ਭੇਜੀ ਜੀ ਉੱਥੇ। ਅਸੀਂ ਫਿਰ ਉੱਥੋਂ ਸਾਰੇ ਫੈਮਿਲੀ ਜਿੰਨੇ ਸੀ ਅਸੀਂ ਘੱਟ ਤੋਂ ਘੱਟ ਅਸੀਂ ਗੰਗਾਨਗਰ ਸਾਡੇ ਰਿਸ਼ਤੇਦਾਰ ਆਏ ਸੀ, ਬ੍ਰਦਰ ਆਏ ਸੀ, ਹਨੂੰਮਾਨਗੜ੍ਹ ਤੋਂ ਆਏ ਸੀ, ਮਾਨਸਾ ਤੋਂ ਆਏ ਸੀ। ਅਸੀਂ ਸਾਰੇ ਵਾਪਸ ਉਸ ਟਾਈਮ ਵੀ ਅਸੀਂ ਆਖੀ ਹੁਣ ਕੀ ਕਰੀਏ, ਹੁਣ ਤਾਂ ਕੋਈ ਹੱਲ ਹੀ ਨਹੀਂ ਗਾ ਵੀ ਸਾਰੇ ਆਪਾਂ ਕਾਰਾਂ ਜੀਪਾਂ ਲੈ ਕੇ। ਕਲੀਅਰ ਕਹਿਣ ਦਾ ਮਤਲਬ ਕੀ ਹੈ ਤੁਹਾਨੂੰ ਉਹ ਦੱਸੋ? ਸਾਡਾ ਕਲੀਅਰ ਕਹਿਣ ਦਾ ਮਤਲਬ ਇਹ ਹੈ ਜੀ, ਲੜਕੀ ਜਿਹੜੀ ਸੀਗੀ ਰਾਤ ਨੂੰ ਸ਼ੋਰੂਮ 'ਤੇ ਲੱਗੀ ਆਪਣੇ ਕਹਿੰਦਾ ਜੈਨ ਜੁਐਲਰਸ ਵਾਲਿਆਂ ਦੇ ਜੀ, ਠੀਕ ਹੈ ਜੀ। ਉਹਦੀ ਸਹੇਲੀ ਬਬੀਤਾ, ਅਸੀਂ ਰਾਤ ਨੂੰ ਉਹਨਾਂ ਦੇ ਘਰੇ ਕੈਮਰੇ ਚੈੱਕ ਕੀਤੇ। ਕੈਮਰੇ ਚੈੱਕ ਕਰਨ ਤੋਂ 8:03 ਤੇ ਉਹਦੇ ਘਰੇ ਐਂਟਰੀ ਕੀਤੀ। ਦੀਪਕ ਨੂੰ ਫੋਨ ਕਰਕੇ, ਠੀਕ ਹੈ ਜੀ, ਦੀਪਕ ਉਹਨੂੰ ਘਰੇ ਲੈ ਕੇ ਗਿਆ। ਦੀਪਕ ਫੋਨ ਕਰਕੇ ਘਰੇ ਲੈ ਕੇ ਗਿਆ ਜੀ ਉਹਨੂੰ। ਉਸ ਤੋਂ ਬਾਅਦ 9:34 ਤੇ ਉਹ ਲੜਕੀ ਨਿਕਲ ਰਹੀ ਹੈ ਉੱਥੋਂ। 10 ਤਰੀਕ ਦੀ ਗੱਲ ਹੈ ਜੀ। ਅਸੀਂ ਜਿਹੜੇ ਕੈਮਰੇ ਵੇਖਿਆ ਸੀ ਅਸੀਂ ਆਪ ਹੀ ਲੱਭੇ ਜੀ, ਗਲੀ ਮਹੱਲੇ ਅਸੀਂ ਆਪ ਹੀ ਫਿਰਦੇ ਰਹੇ ਕਮਲਿਆਂ ਵਾਂਗੂ ਜੀ, ਮੁਲਾਜ਼ਮ ਬੰਦਾ ਕੋਈ ਨਹੀਂ ਸਾਡੇ ਨਾਲ। ਉਹ 9:34 ਤੇ ਜਦੋਂ ਲੜਕੀ ਨਿਕਲੀ ਹੈ, ਅਸੀਂ ਆਪਦੇ ਦੀਪਕ ਨੂੰ, ਜਵਾਈ ਸਾਹਿਬ ਨੂੰ ਪਿਆਰ ਨਾਲ ਹੀ ਪੁੱਛਿਆ। ਇਹਨਾਂ ਦੇ ਘਰ ਦੇ ਮੈਂਬਰ ਸੀ ਸਾਰੇ, ਭੈਣ ਭਰਾ ਰਿਸ਼ਤੇਦਾਰ, ਉਹਨਾਂ ਸਾਰਿਆਂ ਨੂੰ ਪੁੱਛਿਆ ਸੀ ਵੀ ਇਹ ਜੀ ਕੋਈ ਕੀ ਘਟਨਾ ਹੋਈ ਹੈ। ਵੀ ਲੜਕੀ ਦੁਕਾਨ 'ਤੇ ਵੀ ਜਾਂਦੀ ਰਹੀ, ਦੁਕਾਨ 'ਤੇ ਕੰਮ ਵੀ ਕਰਿਆ ਜੀ, ਸਾਰਾ ਕੁਝ ਮਿਲ ਕੇ ਜੁਲ ਕੇ ਰਾਜੀ ਖੁਸ਼ੀ ਉੱਥੋਂ ਆਈ ਹੈ। 1.25 ਘੰਟੇ ਦੇ ਵਿੱਚ ਜਾਂ ਕੀ ਮੈਟਰ ਬਣ ਗਿਆ ਜੇ ਲੜਕੀ ਨੂੰ ਕੱਪੜੇ ਬਦਲਣ ਦਾ ਟਾਈਮ ਨਹੀਂ ਮਿਲਿਆ। ਇਹ ਕਹਿੰਦਾ ਨਹੀਂ ਚਾਚਾ ਜੀ, ਨਹੀਂ ਚਾਚਾ ਜੀ, ਅਸੀਂ ਕੋਈ ਗੱਲ ਨਹੀਂ ਗੀ, ਕੋਈ ਗੱਲਬਾਤ ਨਹੀਂ ਹੋਈ ਕਹਿੰਦੇ ਠੀਕ ਹੈ ਜੀ। ਉਸ ਤੋਂ ਬਾਅਦ ਉਹ ਜਾ ਕੇ ਲੜਕੀ ਸਾਨੂੰ ਨਹੀਂ ਮਿਲੀ ਜੀ। ਅਸੀਂ ਇਹਨੂੰ ਆਖਿਆ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ, ਠੀਕ ਹੈ ਬੇਟੇ, ਇਹ ਤਾਂ ਮੈਂ ਕਿਹਾ ਕਾਨੂੰਨੀ ਦੇਖੇਗਾ, ਕਾਨੂੰਨੀ ਇਨਸਾਫ ਕਰੇਗਾ, ਤੈਨੂੰ ਅਸੀਂ ਪਿਆਰ ਨਾਲ ਪੁੱਛ ਲਿਆ, ਸਭ ਕੁਝ ਪੁੱਛ ਲਿਆ। ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਬਾਅਦ 'ਚ ਬਹੁਤ ਗੱਲਾਂ ਕੀਤੀਆਂ ਵੀ ਸ਼ਾਇਦ ਲੜਕੀ ਭੱਜ ਗਈ ਹੈ ਜਾਂ ਨਿਕਲ ਗਈ ਹੈ, ਕਰ ਗਈ ਹੈ। ਅਸੀਂ ਬਾਅਦ 'ਚ ਇਹਨਾਂ ਨਾਲ ਗੱਲਾਂ ਕਰਾਂਗੇ, ਇਹ ਜਿਹੜੇ ਅੱਜ ਤਾਨੇ ਮਾਨੇ ਮਰੋੜਦੇ ਨੇ ਜੀ। ਲੇਕਿਨ ਅੱਜ ਤਾਂ ਪੁੱਛਣਾ ਹੀ ਸੀਗਾ। ਲੇਕਿਨ ਅਸੀਂ ਜਵਾਈ ਸਾਹਿਬ ਨੂੰ ਕਦੇ ਕੁਝ ਨਹੀਂ ਆਖਿਆ, ਉਹਨਾਂ ਨੂੰ ਮਹਾਂਪੁਰਸ਼ ਨੂੰ। ਲੇਕਿਨ ਉਹ ਤਾਨੇ ਮਾਨੇ ਬਹੁਤ ਮਾਰਦਾ ਸੀ ਜੀ। ਕਦੇ ਉਹਨੂੰ ਟੈਕਸੀ ਕਹਿੰਦਾ ਸੀਗਾ, ਕਦੇ ਉਹਨੂੰ ਖੁਸਰੀ ਕਹਿੰਦਾ ਸੀਗਾ, ਕਦੇ ਉਹਨੂੰ ਕੁਝ ਬੋਲਦਾ ਸੀ ਜੀ। ਬਹੁਤ ਕੁਝ ਆਪ ਸ਼ਬਦ ਬੋਲਦਾ ਸੀ ਜਿਹੜੇ ਜੀ ਉਹ। ਅਸੀਂ ਇਹ ਚਾਹੁੰਦੇ ਹਾਂ ਕਾਨੂੰਨ ਦੀ ਇਹ ਜਿਹੜੀ ਤਫਤੀਸ਼ ਹੈ ਇਹ ਪੂਰੀ ਜਾਇਜ਼ ਤੇ ਸਹੀ ਇਨਸਾਫ ਨਾਲ ਹੋਵੇ ਜੀ। ਕਿਉਂਕਿ ਜਿਹੜੇ ਮਕਾਨ ਇਹਨਾਂ ਨੇ ਲਿੱਤਾ ਹੈ ਸਿਰਫ 4-5 ਮਹੀਨੇ ਹੋ ਗਏ ਨੇ। ਕਰੋਨਾ ਤੋਂ ਪਹਿਲਾਂ, ਲੋਕਡਾਊਨ ਤੋਂ ਪਹਿਲਾਂ ਮੈਂ ਮਕਾਨ ਇਹਨਾਂ ਨੇ ਲਿੱਤਾ ਹੈ। ਉਹ ਸਾਰਾ ਸਿਸਟਮ ਜਿਹੜਾ ਹੈਗਾ ਜੀ, ਇਹਨਾਂ ਨੇ ਕਿਉਂ ਲਿੱਤਾ, ਕਿਵੇਂ ਲਿੱਤਾ, ਲੜਕੀ ਦੀ ਮੌਤ ਇਸ ਟਾਈਮ 'ਤੇ ਕਿਵੇਂ ਹੋਈ ਹੈ, ਕੀ ਕਾਰਨ ਹੈ, ਰਜਿਸਟਰੀ ਉਹਦੇ ਨਾਂ ਸੀਗੀ ਜੀ। ਸਾਨੂੰ ਪੂਰਾ ਡਾਊਟ ਹੈ, ਪੂਰਾ ਸ਼ੱਕ ਹੈ ਜੀ। ਕੀ ਮੰਗ ਕਰਦੇ? ਅਸੀਂ ਮੰਗ ਕਰ ਰਹੇ ਹਾਂ ਜਿਹਦੀ ਜਾਇਜ਼ ਤੇ ਜਾਇਜ਼ ਸੀਗਾ ਜੀ। DSP ਰਮਾਣਾ ਸਾਹਿਬ ਨੂੰ ਇਹ ਕਹਿੰਦੇ ਹਾਂ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਸੋ ਐਸਾ ਅੱਜ ਦੀਆਂ ਕੁਝ ਖਾਸ ਖਬਰਾਂ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ TV NRI ਦੇ ਨਾਲ।